मां कितने मर गई मेरे ते बड़ा औखा टाइम आया यार। अन्ने बाद किस्मत मां सास भी जालम सोहरा भी जालम चाचा सोहरा भी जालम ते बंदा भी ओदा जालम। एक मां दी झोली च एक खैरात मंगदी पई ओदी खैरात पाड़ एक मां इधर एक इधर बेवारसा तरह सुट के आंदे साडी बेटी दा नहीं अपनी नस्ल दे वेख लै ਅਸੀਂ ਹਸਪਤਾਲ ਜਦੋਂ ਗਏ ਉਹਨਾਂ ਨੇ ਸਾਨੂੰ ਵੇਖ ਕੇ ਨੱਸ ਗਏ। ਚਾਚਾ ਸੋਹਰਾ ਮੇਰਾ ਆਂਦਾ ਸੀ ਬਾਹਰੋਂ ਆਣ ਕੇ ਸੁੱਖ ਲੈਣ ਦਈ ਹੈ ਅਰੇ ਨੂੰ ਆ ਦੇ ਕੇ ਮੈਂ ਅਪੀਲ ਇਹ ਕਰਦੀ ਆ ਮੇਰੀ ਧੀ ਦਾ ਇਨਸਾਫ ਦੇ ਇਸ ਵਤਨ ਦੀ ਧੀ ਹੈ ਇਸ ਵਕਤ ਵਤਨ ਦੀ ਭੈਣ ਹੈ। ਇਹ ਜਿਹੜਾ ਜ਼ੁਲਮ ਕੀਤਾ ਹੈ ਇਹ ਕਿੰਨੇ ਕਿੰਨੇ ਕੀਤਾ ਹੈ? ਖਾਲੀ ਤੁਹਾਡੇ ਦਮਾਦ ਨੇ ਕੀਤਾ ਹੈ? ਡਾਕਟਰ ਇਸ ਗੱਲ ਨੂੰ ਵੇਖ ਕੇ ਰੋ ਪਏ ਡਾਕਟਰ ਮੇਰੀ ਬੱਚੀ ਨੂੰ ਵੇਖ ਕੇ ਰੋ ਪਏ ਨੇ। ਉਹਨਾਂ ਨੇ ਕਿਹਾ ਇੱਕ ਬੰਦੇ ਦਾ ਕੰਮ ਨਹੀਂ ਹੈ ਇਹ 4-5 ਬੰਦਿਆਂ ਦਾ ਕੰਮ ਹੈ। ਇੱਕ ਘਰ ਦੇ ਵਿੱਚ ਹੁਣ ਅਸੀਂ ਆ ਘਰ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਣ ਦਾ ਕੀ ਹੋਣ ਦਿਆ ਵੇ ਉਹ ਇੱਕ ਘਰ ਦੇ ਵਿੱਚ ਹੋ ਕੇ ਨਹੀਂ ਪਤਾ ਲੱਗਾ ਵੀ ਕੀ ਘਰ ਦੇ ਵਿੱਚ ਹੋਣ ਦਿਆ ਕੀ ਨਹੀਂ। ਇੱਕ ਬੰਦੇ ਦਾ ਨਹੀਂ ਸੱਸ ਵੀ ਸੋਹਰਾ ਚਾਚਾ ਸੋਹਰਾ ਤੇ ਜਵਾਈ ਜਿਹੜਾ ਸਾਡਾ ਸੀ। ਇਹ 4 ਲੋਕਾਂ ਨੇ ਮਿਲ ਕੇ ਤੁਹਾਡੀ ਬੇਟੀ ਨੂੰ ਕਤਲ ਕੀਤਾ ਹੈ? 4 ਲੋਗों ने मिलके मेरी धी ਨੂੰ कतल किया। मेरी धी तरफ दी आएगी मेरी धी मां ਨੂੰ आजा मार दी आएगी मां कितने मर गई मेरे ते बड़ा औखा टाइम आया यार। अन्ने बाद किस्मत मां तेरी अपनी धी दे वक्त पहुंच भी ना सके अन्ने बाद किस्मत मां ने मैंने इंसाफ चाहिए बस मेरी धी ਦਾ इंसाफ चाहिए। ਤੁਹਾਨੂੰ ਪਤਾ ਕਿਵੇਂ ਚੱਲਿਆ ਸੀ? ਉਹਨੇ ਪਤਾ ਇੰਜ ਲੱਗਿਆ ਵੇ सवेरे 4 बजे इकरा दे अब्बू फोन आया वे इकरा की तबीयत नहीं सही है लड़का ने लै गए उन्होंने जवाब दे दिता वे। कितने बजे फोन आया? 4 बजे सुबह सुबह सारी टाइम फोन आया सी? हां जी सुबह सारी टाइम यानी कि सारी रात है जालिम मारदे रहे ना बच्ची नु? सारी रात जालिमां ने मेरी धी नु मारया। मेरे से अपने बंदे अपने बड़े चौकीदारा करदा सी ते ਵੱਡੇ ਬੇਟੇ ਨੂੰ ਫੋਨ ਕੀਤਾ ਅੱਜ ਮੈਂ ਆਪਣੀ ਅੰਮੀ ਨੂੰ ਕਿਹਾ ਵੀ ਆ ਭਰਾ ਇਕਰਾ ਤਬੀਅਤ ਨਹੀਂ ਸਹੀ ਹੈ ਅਸੀਂ ਗੱਡੀ ਕਰਾਈ ਹੈ ਮੈਂ ਮੇਰਾ ਜਵਾਈ ਤੇ ਮੇਰਾ ਮੀਆਂ ਤੇ ਮੇਰਾ ਬੇਟਾ ਹੀ ਚਲੇ ਗਏ ਉੱਥੇ ਹਸਪਤਾਲ। ਅਸੀਂ ਹਸਪਤਾਲ ਜਦੋਂ ਗਏ ਉਹਨਾਂ ਨੇ ਸਾਨੂੰ ਵੇਖ ਕੇ ਨੱਸ ਗਏ ਨੇ। ਜਦੋਂ ਅਸੀਂ ਆਪਣੀ ਬੱਚੀ ਨੂੰ ਵੇਖਿਆ ਸਾਡੀ ਬੱਚੀ ਬਚਾਉਣੀ ਨਹੀਂ ਗਈ ਇੱਕ ਬਾਂ ਇੱਧਰ ਇੱਕ ਇੱਧਰ ਬੇਵਾਰਸਾ ਤਰ੍ਹਾਂ ਸੁੱਟ ਕੇ ਆਂਦੇ ਨੱਸ ਗਏ ਬੇਵਾਰਸਾ ਤਰ੍ਹਾਂ ਸੁੱਟ ਕੇ ਨੱਸ ਗਏ। ਮੈਂ ਆਪਣੀ ਬੱਚੀ ਨੂੰ ਵੇਖਿਆ ਮੇਰੇ ਕੋਲ ਬਰਦਾਸ਼ਤ ਨਹੀਂ ਆ ਮੈਂ ਹਸਪਤਾਲ ਜਾਣ ਕੇ ਰੌਲਾ ਪਾ ਦਿੱਤਾ ਉੱਤੇ मेरी बच्ची लुटी गई मेरी बच्ची ने बहुत ज्यादती हुई है पैसे ते ले लेने कंजर अपने बाहर फिरन दे ने ਅਸੀਂ ਮਾਰੇ ਬੰਦੇ ਆ। ਪੁਲਿਸ ਕਿਉਂ ਨਹੀਂ ਫੜਦੀ ਪਈ ਇਹਨਾਂ ਨੂੰ ਬਾਕੀਆਂ ਨੂੰ? ਉਹ ਆਂਦੇ ਨੇ ਅਸਲ ਮੁਜਰਮ ਫੜੇ ਹੋਵੇ ਨਾ। ਹਾਂ ਅਸਲ ਕਿਹੜਾ ਮੁਜਰਮ ਜੇ? ਸਾਰੇ ਮੁਜਰਮ ਸਾਰੇ ਰਲ ਕੇ 4 ਹੀ ਨੇ ਉਹਨਾਂ ਜਿਹਨੂੰ ਕਹੋ ਆਂਦੇ ਨੇ ਅਸਲ ਤੇ ਫੜੇ ਹੋਵੇ ਨਾ ਉਹ ਵੀ ਫੜੇ ਜਾਣਗੇ। ਸਾਨੂੰ ਠੰਡ ਵੀ ਹੋਗਾ ਪੈ ਰਹੀ ਹੈ ਜਦੋਂ ਸਾਰੇ ਫੜੇ ਗਏ ਤੇ ਇਹਨਾਂ ਨੂੰ ਗੋਲੀ ਦਾ ਆਰਡਰ ਦਿੱਤਾ ਜਾਵੇ ਗੋਲੀ ਦਾ ਆਰਡਰ ਦਿੱਤਾ ਜਾਵੇ। ਸਾਡੀ ਬੇਟੀ ਸਾਨੂੰ ਪਤਾ ਚੱਲਿਆ ਕਿ ਹਮਲਾ ਵੀ ਸੀ। ਹਾਂ ਜੀ 6 ਮਹੀਨੇ ਦੀ ਹੈ ਸੀ ਹਮਲਾ ਵੀ ਤੇ ਫਿਰ ਦੋ ਕਤਲ ਕੀਤੇ ਇਹਨਾਂ ਨੇ? 2 ਕਤਲ ਕੀਤੇ ਨੇ ਤੇਰਿਆਂ ਨੇ 2 ਕਤਲ ਕੀਤੇ ਨੇ। ਚਲੋ ਸਾਡੀ ਬੇਟੀ ਦਾ ਨਹੀਂ ਆਪਣੀ ਨਸਲ ਦੇ ਵੇਖ ਲੈਂਦੇ ਕਿ ਸਾਡੀ ਨਸਲ ਦੀ ਕੁੱਖ ਚ ਪਲਣ ਨਹੀਂ ਹੈ। ਕੀ ਤੁਹਾਨੂੰ ਹੁਣ ਪੁਲਿਸ ਦੱਸਦੀ ਹੈ ਕਿ ਜਿਹੜਾ ਮੁਲਜ਼ਮ ਫੜਿਆ ਤੁਹਾਡਾ ਦਮਾਦ ਉਹ ਕੀ ਦੱਸਦਾ ਹੈ ਕਿ ਕਿਉਂ ਕਤਲ ਕੀਤਾ ਕਿਉਂ ਮਾਰਿਆ ਸੀ? मेरे नाल उन्हां दी गल कोई नहीं आई मुंडे गए अंदर सिर्फ मैं एक डंडा ही मारा सिर च और डंडे वाला काम ही नहीं है। सिर दे च जेडे निशान सी अखां जेडीयां सुजाइयां होए ने किस चीज नाल मारे हैं? सुवियां नाल मार के मन सुजाइयां सुवे मारे ने लोहे डॉक्टर ने क्या उन्होंने क्या लोहे दे ज़ारा दे नाल उन्होंने वार कीता वे। सिर दे विच ते बड़े गहरे जख्म होए ने ते ए ते कोई होर चीज लगदी है। अपनी धी नूं वेख्या नहीं मैं अपनी धी नूं जाके वेख्या नहीं मैं आज सारा मैं तिकर भी नहीं वेख सकी मैनूं इह होण लगे ते मैं नहीं वेखदी मेरे कोल बर्दाश्त नहीं हुंदा हैगा। तुसीं अपनी धी दे नाल कोई आखिरी बार कोई गल कीती सी ਉਹਨੇ ਦੱਸਿਆ ਕਿ ਇਹ ਜ਼ੁਲਮ ਕਿਵੇਂ ਹੋਇਆ ਹੈ? नहीं मैं जो गई हूं बेहोश होई पई सी मेरी धी अज दे दिन तक मेरे नाल कोई गल नहीं कीती हैगी मेरी धी ने कोई गल नहीं कीती जो चली सोरा ने अम्मी मेरा दिल नहीं कर रहा 2-4 दिन मेरा दिल करता मैं रह पावां इन्नो की पता है मेरी धी दे आ बाहर टुट पैना मैं अपनी धी नूं आप ही ना खिलाउंदी। ਇਸ ਤੋਂ ਪਹਿਲੇ ਵੀ ਤੁਹਾਡੀ ਬੇਟੀ ਦੇ ਨਾਲ ਕੋਈ ਪਹਿਲੇ ਕੋਈ ਮਾਰਪੀਟ ਕੀਤੀ ਹੋਏ ਕੋਈ ਚੀਜ਼ ਦੀ ਡਿਮਾਂਡ ਕਰਦੇ ਹੋਣ? ਨਹੀਂ ਮਾਰਪੀਟ ਕਦੇ ਵੀ ਨਹੀਂ ਕੀਤੀ ਹੈ ਉਹਨਾਂ ਨੇ ਕੋਈ ਵੀ। ਤੇ ਫਿਰ ਅਚਾਨਕ ਕੀ ਹੋਇਆ ਸੀ ਕਿ ਉਹਨਾਂ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ? ਮੈਨੂੰ ਦੱਸਿਆ ਦੀ ਅੰਮੀ ਚਾਚਾ ਸੋਹਰਾ ਮੇਰਾ ਆਂਦਾ ਸੀ ਬਾਹਰੋਂ ਆਣ ਕੇ ਸੁੱਖ ਲੈਣ ਦਈ ਹੈ ਪਤਾ ਨਹੀਂ ਕਿੰਨੂੰ ਹੁੰਦਾ ਚਾਚਾ ਸੋਹਰਾ ਜਿਹੜਾ ਉਹਨੇ ਸੀ ਰਾਜ਼ੀ ਹੈ ਵਿੱਚ ਰਿਸ਼ਤੇ ਦੇ
ਉਹ ਨਹੀਂ ਤੇ ਚਾਚੇ ਸੋਰੇ ਦਾ ਕੀ ਕਰਦਾਰ ਹੈਗਾ? ਉਹਨੇ ਵੀ ਮਾਰਿਆ ਜੀ ਬੱਚੇ ਹਾਂਜੀ ਨੂੰ? ਉਹਨਾਂ ਨੇ ਮਾਰਿਆ। ਉਹ ਕਹਿਤੋ ਜਿਵੇਂ ਫਿਲਮ ਚ ਕਰਦਾ ਸੀ ਨਾ ਇਹਦਾ ਉਹ ਹਿਸਾਬ ਸੀ ਬਗੈਰਤ ਦਾ। ਇਹ ਬੜੇ ਜ਼ਾਲਮ ਲੋਕ ਨੇ। ਇਹ ਸਾਰੀ ਸੱਸ ਵੀ ਜ਼ਾਲਮ, ਸੋਹਰਾ ਵੀ ਜ਼ਾਲਮ, ਚਾਚਾ ਸੋਹਰਾ ਵੀ ਜ਼ਾਲਮ ਤੇ ਬੰਦਾ ਵੀ ਉਹਦਾ ਜ਼ਾਲਮ। ਇਹ ਕੀ ਕੰਮ ਕਰਦੇ ਸੀ ਜਿਨ੍ਹਾਂ ਨੂੰ ਇਹ ਖਿਆਲ ਨਹੀਂ ਆਇਆ ਕਿ ਅਸੀਂ ਕਤਲ ਕਰਨ ਤੋਂ ਬਾਅਦ ਕਾਨੂੰਨ ਸਾਨੂੰ ਵੀ ਗ੍ਰਿਫਤਾਰ ਕਰ ਸਕਦਾ ਹੈ? ਜਿਹੜਾ ਇਕਰਾ ਦਾ ਮੀਆਂ ਹੈ ਉਹ ਦਰਜੀ ਸੀ, ਹਾਂ। ਤੇ ਜਿਹੜਾ ਉਹਦਾ ਸੋਹਰਾ ਵੀ ਉਹ ਸ਼ੋਰੂਮ ਸੀ ਉਹਨਾਂ ਮੋਟਰਸਾਈਕਲਾਂ ਦਾ। ਅੱਛਾ, ਚਾਚਾ ਸੋਹਰਾ ਵੀ ਦਰਜੀ ਹੈ। ਬੜਾ ਜ਼ੁਲਮ ਹੁਣ ਤੁਸੀਂ ਕੀਤਾ ਕੀ ਉਹਨੂੰ। ਮੁਤਾਲਬਾ ਕਰਦੇ ਹੋ? ਵਜ਼ੀਰ ਆਲਾ ਪੰਜਾਬ ਨੂੰ ਕੀ ਤੁਸੀਂ ਆਖੋਗੇ? ਮੈਂ ਉਹਦੇ ਕੀ ਕਰਦੀ ਆ? ਇੱਕ ਮਾਂ ਦੀ ਝੋਲੀ ਚ ਇੱਕ ਖਰਾਤ ਮੰਗਦੀ ਪਈ, ਉਹਦੀ ਖਰਾਤ ਪਾ ਲਓ। ਮੇਰੀ ਤੇ ਇਨਸਾਫ ਦੋ ਮੈਨੂੰ ਲੈ ਕੇ। ਹਰੀ ਨੂੰ ਆ ਦੇ ਕੇ ਮੈਂ ਅਪੀਲ ਇਹ ਕਰਦੀ ਆ, ਮੇਰੀ ਤੇ ਇਨਸਾਫ ਦੇ। ਇਸ ਵਤਨ ਦੀ ਧੀ ਹੈ, ਇਸ ਵਕਤ ਵਤਨ ਦੀ ਭੈਣ ਹੈ। ਮੈਨੂੰ ਇਨਸਾਫ ਚਾਹੀਦਾ, ਮੈਂ ਇਨਸਾਫ ਲੈਣਾ ਆਪਣੀ ਧੀ ਦਾ। ਉਹ ਦਰਿੰਦੇ ਬਾਹਰ ਕਿਉਂ ਫਿਰਦੇ ਨੇ? ਮੈਨੂੰ ਅੱਗ ਲੱਗੀ ਪਈ ਹੈ। ਮੇਰਾ ਇੱਥੋਂ ਦੀ ਦੇਣ ਸੀ ਵੀ ਜੇ ਮੈਨੂੰ ਹਸਪਤਾਲ ਚ ਟੱਕਰ ਜਾਂਦੇ ਤੇ ਮੈਂ ਉਹਨਾਂ ਦੀ ਹਰ ਸ਼ਾਲ ਲੱਤ ਬੱਤ ਕਰ ਛੱਡਣੀ ਸੀ। ਮੈਂ ਇੱਥੋਂ ਦੀ ਤੱਕੀ ਪਈ ਆ, ਮੈਂ ਇੱਥੋਂ ਦੀ ਤੱਕੀ ਪਈ ਆ। ਤੇ ਪੁਲਿਸ ਉਹਨਾਂ ਨੂੰ ਕਿਉਂ ਗ੍ਰਿਫਤਾਰ ਨਹੀਂ ਕਰ ਸਕੀ ਹੁਣ ਤੱਕ? ਪਤਾ ਨਹੀਂ ਹੈ, ਪੁਲਿਸ ਵਾਲਿਆਂ ਨੂੰ ਪਤਾ ਹੋਵੇ। ਤੁਹਾਨੂੰ ਕੀ ਕਹਿੰਦੇ ਨੇ ਪੁਲਿਸ ਵਾਲੇ? ਹੋਣਗੇ ਉਹ ਪੈਸੇ ਲਾ ਦਿੰਦੇ ਹੋਣਗੇ, ਅਸੀਂ ਮਾੜੇ ਬੰਦੇ ਆ। नाज़रीन, ये एक माँ की फरियाद है जो जोलियां उठा उठा कर इस रियासत से अपनी बेटी के साथ होने वाले जुल्म का इंसाफ मांग रही है। ये रियासत तब ही रियासत माँ वाला किरदार करेगी जब इस माँ को इंसाफ देगी, जब इस माँ की बेटी के साथ होने वाले जुल्म के जो कातिल हैं, जो जिन्होंने ये जुल्म की इंतहा की, उन जालिमों को जब इबरत का निशान बनाएगी तो तब जाकर इनके इस दुख में थोड़ी सी कमी जरूर आएगी। क्योंकि इनको निशाने इबरत बनाने के बाद इनकी बेटी फिर भी जिंदा नहीं हो सकती, इनकी बेटी फिर भी वापस नहीं आ सकती। लेकिन ये बाकी बेटियों के लिए एक मिसाली केस बन सकता है अगर ये रियासत चाहे। लेकिन रियासत इस कदर बेहिस हो चुकी है कि उसको ये अंदाजा नहीं कि इस मुआशरे में हमारी बेटियों के साथ, हमारी बहनों के साथ किस तरह से जुल्म की इंतहा हो रही है। अगर इसी तरह जुल्म की इंतहा होती रही तो फिर हमारी बेटियां या फिर हम बेटियों वाले ये सोचते हुए अपनी बेटी की शादी करते हुए 1000 बार सोचेंगे कि कहीं ऐसा ना हो कि हमारी बेटी के साथ भी इस तरह का कोई जुल्म हो जाए। अब ये बाअसर मुल्ज़मान जो हैं, इन्होंने खुद को कहाँ छुपा लिया है, या फिर ये कानून से इतने बाअसर हो चुके हैं, इतने बालातर हो चुके हैं कि कानून की गिरफ्त से आजाद है। अभी हालिया कुछ दिन पहले एक नई जो पुलिस की जो एक अथॉरिटी बना दी गई है, जिसका काम ही ऐसे क्रिमिनल्स को पकड़ना है और फिर उनको उनके अंजाम तक पहुंचाना है। इस माँ का मुतालबा है, इस माँ की ये अपील है कि मुझे सिर्फ इंसाफ दिया जाए। ਅੱਜ ਮੇਰੀ ਬੇਟੀ ਨਾਲ ਇਹ ਕੰਮ ਕੀਤਾ ਵੇ, ਪਰ ਕਿਸੇ ਹੋਰ ਨਾਲ ਹੋਏਗਾ, ਪਰ ਕਿਸੇ ਹੋਰ ਨਾਲ ਹੋਏਗਾ। ਅਸੀਂ ਜ਼ੁਲਮ ਨਹੀਂ ਸਹਿਣ ਜੋਗੇ ਹੈਗੇ, ਅਸੀਂ ਨਹੀਂ ਜ਼ੁਲਮ ਸਹਿਣ ਜੋਗੇ ਹੈਗੇ। ਬਸ ਮੇਰੀ ਇੱਕ ਅਪੀਲ ਹੈ, ਮੈਨੂੰ ਇਨਸਾਫ ਦਿੱਤਾ ਜਾਵੇ, ਮੈਨੂੰ ਇਨਸਾफ ਦਿੱਤਾ ਜਾਵੇ। इनका सिर्फ इतना सा मुतालबा है कि मुझे सिर्फ इंसाफ दिया जाए। अब देखना यह है कि पुलिस बाकी मुल्ज़मान को कब गिरफ्तार करती है और फिर उनको उनके अंजाम तक पहुंचाती है। ये माँ शायद, ये माँ, इसके पास हो सकता है कि वसाइल ना हो इतने बाअसर मुल्ज़मान के साथ मुकाबला करने के लिए, क्योंकि अदालतों से इंसाफ की तवक्को रखना ऐसे ही है जैसे गड़े मुर्दे से ये उम्मीद लगाना कि ये शायद जिंदा हो जाए। क्योंकि पाकिस्तानी अदालती निज़ाम बिल्कुल खत्म हो चुका है और अदालतों से अगर इनको ये उम्मीद है कि इंसाफ मिलेगा तो मैं समझता हूं कि ये इनकी उम्मीद कभी भी कामयाब नहीं होगी। और ये बाअसर मुल्ज़मान जो है वो शायद इनको नुकसान पहुंचाने के लिए इनके किसी और फर्द को भी नुकसान पहुंचा सकते हैं। हमारी वज़ीर आला पंजाब और IG पंजाब से ये अपील है कि बाकी मुल्ज़मान को फौरी गिरफ्तार किया जाए और शफाफ इंक्वायरी और इन्वेस्टिगेशन करके जो कसूरवार हैं उनके खिलाफ एक स्ट्रॉन्ग किस्म का चालान पेश करके इनको जो है वो निशाने इबरत बनाया जाए। मिलते हैं किसी और वीडियो में। अल्लाह हाफिज।